ਅਸੀਂ ਇਸ ਸੰਘਰਸ਼ ਨੂੰ ਲੈ ਕੇ ਤੁਰੇ ਹਾਂ ਵੀ ਆਪਣੇ ਹੱਕ ਨੂੰ ਆਏ ਹਾਂ। ਅਸੀਂ ਹੱਕ ਨੂੰ ਆਏ ਤਾਂ ਆਪਣਾ ਹੱਕ ਲੈ ਕੇ ਜਾਵਾਂਗੇ। ਜਗਰਾਵੀ ਹੋਈ, ਮੈਂ ਕਲ ਮੋੜ ਮੰਡੀ ਵੀ ਹੋਈ ਆ, ਕੱਲ ਜੀ ਬਰਨਾਲੇ ਹੋਈ ਆ ਜੀ। ਉੱਥੇ ਵੀ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਸੰਗਤ ਇੱਥੇ ਹੋਣੀ ਚਾਹੀਦੀ ਆ। ਇਹਨਾਂ ਦਾ ਸਿਰਫ ਇਹ ਫਾਇਦਾ ਵੀ ਅਸੀਂ 2 ਸਾਲ ਪਿੱਛੇ ਪਾ ਦਈਏ ਵੀ 2 ਸਾਲ ਬਾਅਦ ਆਹ ਜਿਹੜਾ ਅੰਦੋਲਨ ਹੈ ਇਹਨਾਂ ਦਾ ਚੱਕ ਹੋ ਜਾਵੇ। 2 ਸਾਲ ਬਾਅਦ ਅੰਦੋਲਨ ਮੁੜ ਕੇ ਫੇਰ ਨਹੀਂ ਇਕੱਠਾ ਕਰ ਲੈਣ, ਕਿਉਂ ਇਹ ਨਹੀਂ ਇੱਦਾਂ ਦੇ ਕੰਮ ਕਰਨੇ ਮੁੜ ਕੇ ਇਕੱਠੇ ਹੀ ਨਹੀਂ ਹੋਣ ਦੇਣੇ। ਨੌਜਵਾਨਾਂ ਦੇ ਵਿੱਚ ਵੀ ਰੋਸ ਹੈਗਾ ਕਿ ਚਲੋ ਅਸੀਂ ਪਿੱਛੇ ਹੋ ਕੇ ਬੈਠੇ ਹਾਂ, ਬਜ਼ੁਰਗ ਹੁਣ ਸਿਆਣੇ ਬੈਠੇ ਆ, ਮੋਹਰੇ ਜਾ ਕੇ ਕੋਈ ਉੱਦਾਂ ਦੀ ਗੱਲ ਹੁੰਦੀ ਆ, ਸਿਆਣਿਆਂ ਨੂੰ ਅਸੀਂ ਥੋੜ੍ਹਾ ਮੋਹਰੇ ਕਰ ਸਕਦੇ ਹਾਂ। ਆਪਣੇ ਨੌਜਵਾਨ ਵੀ ਮੋਹਰੇ ਜਾਣ, ਉਹਨਾਂ ਦੇ ਵੀ ਮਨ ਤੇ ਵਿੱਚ ਆਵੇ ਹਾਂ ਵੀ ਸਾਨੂੰ ਵੀ ਬਜ਼ੁਰਗਾਂ ਨੇ ਸਾਨੂੰ ਪੁੱਛਿਆ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਰਾਜਵਿੰਦਰ ਪੁੱਲਰ। ਸੰਯੁਕਤ ਕਿਸਾਨ ਮੋਰਚੇ ਵੱਲੋਂ ਹਫ਼ਤੇ ਦੇ ਪਲਾਨ ਜਿਹੜੇ ਉਹ ਦਿੱਤੇ ਗਏ ਨੇ। ਕੀ ਪਲਾਨ ਨੇ ਇੱਕ ਵਾਰੀ ਉਹਨਾਂ ਤੇ ਚਰਚਾ ਕਰ ਲੈਂਦੇ ਆ। 23 ਤਰੀਕ ਨੂੰ ਪਗੜੀ ਸੰਭਾਲ ਦਿਵਸ ਮਨਾਇਆ ਜਾ ਰਿਹਾ। 24 ਫਰਵਰੀ ਨੂੰ ਦਮਨ ਵਿਰੋਧੀ ਦਿਵਸ ਮਨਾਇਆ ਜਾ ਰਿਹਾ, ਜਿਸ ਦਿਨ ਦੇਸ਼ ਭਰ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਡੀਸੀਆਂ ਨੂੰ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਜਿਹੜਾ ਉਹ ਦੇਣਗੇ। 26 ਨੂੰ ਜਿਹੜੀ ਸਟੇਜ ਹੈ, ਜਿਹੜੀਆਂ ਸਾਰੀਆਂ ਸਟੇਜਾਂ ਲੱਗਦੀਆਂ ਉਹ ਕੁੰਡਲੀ ਬਾਰਡਰ ਦੇ ਆ ਜਾਂ ਸਿੰਘੂ ਬਾਰਡਰ, ਟਿੱਕਰੀ ਬਾਰਡਰ, ਗਾਜੀਪੁਰ ਬਾਰਡਰ ਦੀ ਜਿਹੜੀਆਂ ਸਟੇਜਾਂ ਹੈਗੀਆਂ ਉਹ ਨੌਜਵਾਨਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉਸ ਦਿਨ ਨੌਜਵਾਨ ਜਿਹੜੀ ਸਟੇਜ ਦੀ ਕਾਰਵਾਈ ਜਿਹੜੀ ਸੰਭਾਲਣਗੇ। 27 ਤਰੀਕ ਨੂੰ ਮਜ਼ਦੂਰ ਕਿਸਾਨ ਏਕਤਾ ਜਿਹੜਾ ਦਿਵਸ ਹੈ ਉਹ ਮਨਾਇਆ ਜਾ ਰਿਹਾ। ਮੇਰੇ ਨਾਲ ਕਿਸਾਨ ਬੈਠੇ ਹੋਏ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਇਹ ਹਫ਼ਤਾ ਮਨਾਇਆ ਜਾ ਰਿਹਾ, ਕਿਸਾਨੀ ਸੰਘਰਸ਼ ਚੱਲ ਰਿਹਾ ਕਾਫੀ ਲੰਮੇ ਸਮੇਂ ਤੋਂ। ਦਿੱਲੀ ਦੀਆਂ ਬਰੂਆਂ ਤੇ ਕਿਸਾਨ ਡਟੇ ਹੋਏ ਨੇ। ਸੰਘਰਸ਼ ਕਿਵੇਂ ਚੱਲ ਰਿਹਾ, ਕੀ ਸੋਚਦੇ ਨੇ ਨੌਜਵਾਨ, ਕੀ ਸੋਚਦੇ ਨੇ ਬਜ਼ੁਰਗ ਤੇ ਆਮ ਕਿਸਾਨ ਕੀ ਸੋਚਦਾ। ਬਾਪੂ ਜੀ ਨਾਲ ਗੱਲਬਾਤ ਕਰਦੇ ਆ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ, ਜ਼ਿਲ੍ਹਾ ਕਿਹੜਾ ਜੀ? ਆਪਣਾ ਜ਼ਿਲ੍ਹਾ ਜੀ ਕਪੂਰਥਲਾ ਜੀ, ਤਹਿਸੀਲ ਫਗਵਾੜਾ, ਪਿੰਡ ਭੁੱਲਾਰਾ ਹੀ ਹੈ ਆਪਣੀ। ਬਾਪੂ ਜੀ ਕਿਸਾਨੀ ਸੰਘਰਸ਼ ਚੱਲ ਰਿਹਾ ਲੰਮੇ ਸਮੇਂ ਤੋਂ, ਦਿੱਲੀ ਦੀਆਂ ਬਰੂਆਂ ਤੇ ਡਟੇ ਹੋਏ ਆ। ਹੁਣ ਸੰਘਰਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਲੰਮਾ ਸਮਾਂ ਹੋ ਗਿਆ, ਐਕਸ਼ਨ ਪਲਾਨ ਕੋਈ ਵਧੀਆ ਨਹੀਂ ਦਿੱਤਾ ਜਾ ਰਿਹਾ, ਦਿਨ ਮਨਾਉਣ ਤੱਕ ਸੀਮਤ ਜੇ ਰਹਿ ਗਏ, ਕੀ ਸੋਚਦੇ ਹੋ? ਅਸੀਂ ਤਾਂ ਹੁਣ ਇਹ ਸੋਚਦੇ ਹਾਂ ਜੇ ਅਸੀਂ ਜਿਸ ਕੰਮ ਨੂੰ ਆਏ ਹਾਂ ਅਸੀਂ ਤਾਂ ਉਸੇ ਕੰਮ ਤੇ ਅੜੇ ਹਾਂ। ਅਸੀਂ ਇਸ ਸੰਘਰਸ਼ ਨੂੰ ਲੈ ਕੇ ਤੁਰੇ ਹਾਂ ਵੀ ਆਪਣੇ ਹੱਕ ਨੂੰ ਆਏ ਹਾਂ। ਅਸੀਂ ਹੱਕ ਨੂੰ ਆਏ ਤਾਂ ਆਪਣਾ ਹੱਕ ਲੈ ਕੇ ਜਾਵਾਂਗੇ। ਜਿੰਨਾ ਵੀ ਮਰਜ਼ੀ ਹੈ, ਕੋਈ ਗੱਲ ਨਹੀਂ, ਲੰਮਾ ਕਰਕੇ ਅਸੀਂ ਸਾਰਾ ਆਪਣਾ ਪ੍ਰੋਗਰਾਮ ਸੈੱਟ ਕਰਕੇ ਆਏ ਹਾਂ। ਪਿੱਛੇ ਚੱਲਦਾ ਕੰਮ, ਬਦਲ ਕੇ ਆਈ ਜਾਂਦੇ ਹਾਂ, ਭਰਾ ਕੁਛ ਚਲੇ ਜਾਂਦੇ, ਕੁਛ ਆ ਜਾਂਦੇ ਆ। ਵੈਸੇ ਤਾਂ ਬਦਲ ਕੇ ਅਸੀਂ ਤਾਂ ਹੱਕ ਲੈਣ ਆਏ, ਹੱਕ ਲੈ ਕੇ ਜਾਵਾਂਗੇ। ਸਾਨੂੰ ਤਾਂ ਆਇਆ ਜੀ ਬਸ ਹੱਕ ਲੈਣ ਆਏ ਨੇ ਕਿਸਾਨ, ਹੱਕ ਲੈ ਕੇ ਜਾਣਗੇ, ਲਗਾਤਾਰ ਡਟੇ ਹੋਏ ਨੇ। ਬਾਪੂ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਵੰਤ ਸਿੰਘ ਹੈ ਜੀ, ਪਿੰਡ ਭੁੱਲਰ ਜੀ। ਕੀ ਕਹਿਣਾ ਚਾਹੁੰਦੇ ਹੋ? ਜਥੇਬੰਦੀਆਂ ਵੱਲੋਂ ਐਕਸ਼ਨ ਪਲਾਨ ਕੋਈ ਵਧੀਆ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਕਿਸਾਨਾਂ ਨਾਲ ਗੱਲਬਾਤ ਕਰਦੇ ਹੋ, ਕਹਿੰਦੇ ਸੁਸਤੀ ਜੀ ਆ ਗਈ। ਮੰਨਦੇ ਹੋ ਕਿ ਹੁਣ ਸਵੇਰ ਸ਼ਾਮ ਦੇ ਉਹੀ ਕੰਮ ਜੇ ਰਹਿ ਗਏ, ਕੋਈ ਵਧੀਆ ਐਕਸ਼ਨ ਪਲਾਨ ਨਹੀਂ ਦਿੱਤਾ ਜਾ ਰਿਹਾ? ਦੇਖੋ ਜੀ, ਅਸੀਂ ਤਾਂ ਨਾਲ ਡਟੇ ਹਾਂ ਜੀ ਇਹਦੇ। ਉਹ ਹੁਣ ਭਾਵੇਂ ਸਾਊਥ ਜ਼ਿਲ੍ਹਾ ਤੇ ਭਾਵੇਂ ਠੰਡੇ ਜ਼ਿਲ੍ਹਾ, ਜਿੱਦਾਂ ਮਰਜ਼ੀ ਆ। ਇੱਧਰ ਬਾਕੀ ਜਨਤਾ ਸਾਰੀ ਗਰਮ ਹੀ ਆ ਜੀ, ਬਾਕੀ ਦਾ ਕੋਈ ਨਹੀਂ, ਸਾਰੇ ਨਾਲ ਆ। ਹਰ ਕੱਲ੍ਹ ਸਾਨੂੰ ਆਪਣੇ ਕਿਸਾਨ ਯੂਨੀਅਨ ਸਾਡੇ ਕੋਲ ਆਇਆ ਸੀ, ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ। ਉਹ ਕਹਿੰਦੇ ਠੀਕ ਹੈ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ। ਹੁਣ ਵਧੀਆ ਤਾਂ ਦੇਖੋ ਉਹਨਾਂ ਦੇ, ਅਸੀਂ ਤਾਂ ਉਹਦੇ ਪਿੱਛੇ ਆ ਜੀ। ਅਸੀਂ ਉਹਨਾਂ ਨਾਲ ਪੂਰਾ ਸਾਥ ਦਿੰਦੇ ਆ। ਦੇਖੋ ਸਾਡੇ ਤਾਂ ਹੁਣ 3 ਮਹੀਨੇ ਹੋ ਗਏ ਸਾਨੂੰ ਆਇਆਂ ਨੂੰ, ਅਸੀਂ ਨਾਲ ਆ ਉਹਨਾਂ ਦੇ। ਆਪਣਾ ਕੰਮ ਹੈ ਅਦਲ ਬਦਲ ਕਰਕੇ ਆਪਣੇ ਚੱਲ ਜੰਨੇ ਬੰਦੇ, ਬਾਕੀ ਆ ਜਾਂਦੇ ਆ। ਅਸੀਂ ਉਹਨਾਂ ਦੇ ਪੂਰਾ ਸਾਥ ਦਿੰਦੇ ਨਾਲ ਜੀ। ਅਸੀਂ ਸਰਦਾਰ ਜੀ, ਸੰਯੁਕਤ ਕਿਸਾਨ ਮੋਰਚਾ ਇਹ ਵੀ ਕਹਿੰਦਾ ਸੀ ਕਿ ਪੰਜਾਬ ਤੇ ਹਰਿਆਣਾ ਜਿਹੜੀਆਂ ਮਹਾਂ ਪੰਚਾਇਤਾਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ, ਪਰ ਹਜੇ ਵੀ ਹੋ ਰਹੀਆਂ। ਇੱਕ ਪਾਸੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਹੈ। ਕੀ ਲੱਗਦਾ ਕਿ ਇਹ ਸਟੇਜਾਂ ਛੱਡ ਕੇ ਉਹ ਪੰਜਾਬ ਦੇ ਵਿੱਚ ਕਿਉਂ ਜਾ ਰਹੇ, ਕਿਉਂਕਿ ਪੰਜਾਬ ਦੇ ਲੋਕ ਤਾਂ ਇੱਥੇ ਬੈਠੇ ਆ? ਅਸੀਂ ਇਹ ਸੋਚਦੇ ਹਾਂ ਜੀ, ਦੇਖੋ ਜੀ ਸੰਗਤ ਤਾਂ ਇੱਥੇ ਹੋਣੀ ਚਾਹੀਦੀ ਆ। ਉੱਥੇ ਹੁਣ ਆਪਣੀ ਜਗਰਾਵੀ ਅੱਗੇ ਹੋਈ ਆ ਜੀ, ਜਗਰਾਵੀ ਹੋਈ, ਮੈਂ ਕੱਲ ਮੋੜ ਮੰਡੀ ਵੀ ਹੋਈ ਆ, ਕੱਲ ਜੀ ਬਰਨਾਲੇ ਹੋਈ ਆ ਜੀ। ਉੱਥੇ ਵੀ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਸੰਗਤ ਤਾਂ ਇੱਥੇ ਹੋਣੀ ਚਾਹੀਦੀ ਆ। ਸਾਰੀ ਸੰਗਤ ਇੱਥੇ ਹੋਣੀ ਆ। ਇੱਥੇ ਜਿਹੜਾ ਆਪਣਾ ਪ੍ਰੋਗਰਾਮ ਜੜਿਆ ਉਹ ਪੂਰਾ ਕਰਨਾ ਚਾਹੀਦਾ ਜ਼ਰੂਰ ਜੀ। ਇਹਦੇ ਨਾਲ ਆਪਣਾ ਜਿਹੜਾ ਮੋਰਚਾ ਜਿੱਤ ਹੋਵੇ ਤੇ ਕਿਸਾਨ ਆਪਣੇ ਆਪਣੇ ਘਰੀ ਜਾਣ ਜੀ। ਇਹਦੇ ਨਾਲ ਆਪਣੀ ਸਾਰਿਆਂ ਨੂੰ, ਮੋਦੀ ਨੂੰ ਵੀ ਚਾਹੀਦਾ ਆ ਵੀ ਇੰਨਾ ਜਿਹੜਾ ਲੰਮਾ ਚੱਲ ਰਿਹਾ ਕੰਮ ਆਪਣਾ, ਇਹਦੇ ਕਰਕੇ ਦੇਖੋ 3 ਮਹੀਨਿਆਂ ਤੋਂ ਆ, 3 ਮਹੀਨਿਆਂ ਦੇ ਵਿੱਚ ਸਾਰੇ ਕੰਮ ਆਪਣੇ ਛੱਡ ਕੇ ਬੈਠੇ ਜੀ ਅਸੀਂ। ਤੇ ਇਸ ਕਰਕੇ ਹੁਣ ਹਰੇਕ ਬੰਦਾ ਖਰਚਾ ਵੀ ਸਾਰਿਆਂ ਦਾ ਆਪਣਾ ਨੁਕਸਾਨ ਹੀ ਕਰਕੇ ਬੰਦਾ ਆਉਂਦਾ ਜੀ ਇਹਦੇ ਵਿੱਚ। ਅਸੀਂ ਤਾਂ ਇਹ ਕਹਿੰਦੇ ਆ ਜੀ, ਮੋਦੀ ਨੂੰ ਕਹਿਣਾ ਆਪਣੇ ਕਾਲੇ ਕਾਨੂੰਨ ਵਾਪਸ ਕਰੇ ਤੇ ਲੋਕ ਆਪਣੇ ਆਪਣੇ ਘਰੀ ਜਾਣ ਜੀ ਬਸ। ਨੌਜਵਾਨ ਵੀ ਬੈਠੇ ਹੋਏ ਨੇ, ਨੌਜਵਾਨਾਂ ਦੇ ਹੱਥ ਵਿੱਚ ਵਾਂਗਡੋਰ ਜਿਹੜੀ ਉਹ ਦਿੱਤੀ ਜਾ ਰਹੀ ਹੈ। 26 ਫਰਵਰੀ ਨੂੰ ਪੂਰੇ 3 ਮਹੀਨੇ ਹੋ ਜਾਣਗੇ। ਖਾਸ ਦਿਨ ਹੋਏਗਾ 26 ਫਰਵਰੀ, ਕਿਉਂਕਿ 26 ਜਨਵਰੀ ਦਾ ਦਿਨ ਵੀ ਖਾਸ ਸੀ, ਪਰ ਉਸ ਤੋਂ ਅਗਲੇ ਦਿਨ ਹੀ ਇਹਨਾਂ ਨੌਜਵਾਨਾਂ ਨੂੰ ਗਦਾਰ ਕਿਹਾ ਗਿਆ। ਸਟੇਜਾਂ ਤੋਂ ਤਰ੍ਹਾਂ ਦੇ ਭਾਸ਼ਣ ਦਿੱਤੇ ਗਏ, ਪਰ ਇੱਕ ਵਾਰ ਫਿਰ 26 ਫਰਵਰੀ ਦਾ ਦਿਨ ਨੌਜਵਾਨਾਂ ਦੇ ਲਈ ਖਾਸ ਆ। ਨੌਜਵਾਨ ਬੈਠੇ, ਇਹਨਾਂ ਨਾਲ ਗੱਲਬਾਤ ਕਰਦੇ ਆ
ਕਿ ਕਿੱਦਾਂ ਦਾ ਮਾਹੌਲ ਉਸ ਦਿਨ ਹੋਣਾ ਚਾਹੀਦਾ ਹੈ, ਕਿਉਂਕਿ ਕੱਲ ਵੀ ਅਸੀਂ ਗੱਲਬਾਤ ਕੀਤੀ ਸੀ ਨੇਤਾਵਾਂ ਦੇ ਨਾਲ। ਉਹ ਕਹਿੰਦੇ ਸੀ ਕਿ ਅਸੀਂ ਸਕਰੀਨਿੰਗ ਕਰਾਂਗੇ ਕਿਹੜੇ ਨੌਜਵਾਨ ਸਟੇਜ ਤੇ ਬੋਲਣਗੇ ਕਿਹੜੇ ਨਹੀਂ ਬੋਲਣਗੇ। ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਈ ਜੀ 26 ਤਰੀਕ ਨੂੰ ਨੌਜਵਾਨਾਂ ਨੂੰ ਸਟੇਜ ਸੌਂਪੀ ਜਾ ਰਹੀ ਆ, ਕੀ ਲੱਗਦਾ ਕਿ ਕਿੱਦਾਂ ਦੇ ਪ੍ਰੋਗਰਾਮ ਨੌਜਵਾਨ ਦੇ ਸਕਦੇ ਨੇ ਜਾਂ ਦਿੱਤੇ ਜਾਣਗੇ, ਕਿਉਂਕਿ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ ਇਸ ਸੰਘਰਸ਼ ਦੇ ਵਿੱਚ? ਬਾਈ ਜੀ ਇਹ ਤਾਂ ਹੁਣ ਇਹਨਾਂ ਦੇ ਆਪਣੇ ਸਿਰ ਆ ਜੀ। ਅਸੀਂ ਤਾਂ ਹੁਣ ਬਾਕੀ ਜਿੱਦਾਂ ਜਥੇਬੰਦੀਆਂ ਜਾਂ ਸਾਡੇ ਵੱਡੇ ਬਜ਼ੁਰਗ ਕਹਿਣਗੇ ਅਸੀਂ ਉਹਨਾਂ ਦੇ ਜੋ ਕਹਿਣਗੇ ਉਹਨਾਂ ਦੇ ਪੂਰਿਆਂ ਤੇ ਚੱਲਾਂਗੇ। ਬਾਕੀ ਇਹੀ ਆ ਵੀ ਜਿੰਨਾ ਹੋ ਸਕੇ ਸ਼ਾਂਤਮਈ ਢੰਗ ਦੇ ਨਾਲ ਚੱਲਦਾ ਆ ਰਿਹਾ, ਇਸੇ ਤਰ੍ਹਾਂ ਹੀ ਚੱਲਦਾ ਜਾਏਗਾ ਸੰਘਰਸ਼। ਬਾਕੀ ਮੋਦੀ ਸਾਹਿਬ ਨੂੰ ਅਪੀਲ ਕਰਦੇ ਆ ਵੀ ਇਹ ਤਿੰਨੇ ਜਿਹੜੇ ਆਪਣੇ ਕਾਨੂੰਨ ਆ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਜੀ, ਜੋ ਕਿ ਟਾਈਮ ਨਾਲ ਸਾਰੇ ਆਪੋ ਆਪਣੇ ਘਰੇ ਜਾ ਸਕਣ ਜੀ। ਬਾਕੀ ਕੰਮਕਾਰ ਸਾਰੇ ਹੁਣ ਛੱਡ ਕੇ ਬੈਠੇ ਆ ਜੀ, ਕੰਮਕਾਰਾਂ ਦਾ ਵੀ ਔਖਾ ਹੋ ਰਿਹਾ, ਪਿੱਛੇ ਪਰਿਵਾਰਾਂ ਦਾ ਵੀ ਔਖਾ ਹੋ ਰਿਹਾ ਜੀ। ਇਕੱਲਾ ਇਹਨਾਂ ਦਾ ਨਹੀਂ, ਇੱਕ ਦੋ ਟੱਬਰਾਂ ਦਾ ਹੈ ਨਹੀਂ ਜੀ, ਬਹੁਤ ਪਰਿਵਾਰ ਆ ਰਹੇ ਆ। ਇਸ ਕਰਕੇ ਸਾਰਿਆਂ ਨੂੰ ਇਹਨਾਂ ਨੂੰ ਅਪੀਲ ਕਰਦੇ ਆ, ਵੱਡੇ ਜੋ ਵੀ ਇਹਨਾਂ ਦੇ ਨਾਲ ਜਿਹੜੇ ਵੀ ਬੈਠੇ ਆ ਵੀ ਸਰਕਾਰ ਦੇ ਨਾਲ, ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਮਹਾਰਾਜ ਵੀ ਤੁਹਾਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਆ ਜੀ। ਬਾਪੂ ਜੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿੰਦੇ ਕਿ ਭੀੜਾਂ ਕਰਨ ਨਾਲ ਕੁਝ ਨਹੀਂ ਹੋਣਾ। ਕਹਿੰਦੇ ਆ ਕਿ ਇਹ ਕਾਨੂੰਨਾਂ ਦੇ ਵਿੱਚ ਜਿਹੜਾ ਗਲਤ ਕੀ ਹੈ ਜਥੇਬੰਦੀਆਂ ਸਾਨੂੰ ਹਜੇ ਤੱਕ ਦੱਸ ਨਹੀਂ ਪਾਈਆਂ। ਕੀ ਕਹਿਣਾ ਚਾਹੁੰਦੇ ਹੋ? ਜਿੱਥੇ ਕਹਿੰਦੇ ਤੋਮਰ ਸਾਹਿਬ ਕਹਿੰਦੇ ਆ ਜੀ ਵੀ ਇਹ ਜਾਣੀ ਵੀ ਭੀੜ ਕਰਕੇ ਕੁਝ ਨਹੀਂ ਬਣਨਾ, ਸਭ ਕੁਝ ਹੋ ਸਕਦਾ। ਜਿਹੜੀ ਚੀਜ਼ ਇਨਸਾਨ ਦੀ ਬਣਾਈ ਇਨਸਾਨ ਢਾਹ ਸਕਦਾ। ਜੇ ਇਹ ਕਾਨੂੰਨ ਬਣ ਸਕਦੇ ਆ ਢਾਹ ਵੀ ਸਕਦੇ ਆ। ਇਹ ਜਦ ਇਹ ਕਹਿ ਸਕਦੇ ਆ ਵੀ ਅਸੀਂ ਤੁਹਾਡਾ ਸੋਧਾ ਕਰ ਦਿੰਦੇ ਆ, ਜਦ ਉਹਨਾਂ ਨੂੰ ਪਤਾ ਵੀ ਵਿੱਚ ਗਲਤੀਆਂ ਹੈਗੀਆਂ ਸੋਧਾ ਕਰਦੇ ਆ। ਫਿਰ ਜਦ ਜਿੱਦਾਂ ਕਹਿੰਦਾ ਇਹ ਇੱਕ ਆਪਾਂ ਮਿਸਾਲ ਦੇ ਤੌਰ ਤੇ ਗੱਲ ਕਰਦੇ ਆ, ਡੱਬਾ ਮਠਿਆਈ ਦਾ ਮੂਹਰੇ ਆ ਜਾਂਦਾ, ਜਦ ਸਾਨੂੰ ਉਹ ਮਠਿਆਈ ਚੰਗੀ ਨਹੀਂ ਲੱਗਦੀ ਤਾਂ ਅਸੀਂ ਉਹ ਮਠਿਆਈ ਕੀ ਕਰਨੀ ਆ? ਅਸੀਂ ਕਹਿੰਦੇ ਸਾਨੂੰ ਲੋੜ ਹੀ ਨਹੀਂ। ਪਰ ਜਦ ਸਾਨੂੰ ਇਹ ਕਾਨੂੰਨ ਚੰਗੇ ਨਹੀਂ, ਸਾਡੇ ਲਈ ਨਹੀਂ ਚੰਗੇ, ਅਸੀਂ ਕਹਿੰਦੇ ਮਹਾਰਾਜ ਹੱਥ ਬੰਨ੍ਹ ਕੇ ਬੇਨਤੀ ਆ ਸਾਡੀ ਵੀ ਸਾਨੂੰ ਇਹ ਕਾਨੂੰਨ ਨਹੀਂ ਚਾਹੀਦਾ, ਇਹਨੂੰ ਮਾਫ ਕਰ ਦਿਓ, ਅਸੀਂ ਚਲੇ ਜਾਂਦੇ ਆ। ਸਾਡੀ ਤਾਂ ਇਹ ਬੇਨਤੀ ਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ 2 ਸਾਲਾਂ ਦਾ ਪ੍ਰਸਤਾਵ ਦਿੱਤਾ ਹੈ, ਜਥੇਬੰਦੀਆਂ ਫਿਰ ਵਿਚਾਰ ਕਰ ਲੈਣ ਵੀ ਉਹ ਪ੍ਰਸਤਾਵ ਮੰਨ ਲੈਣ ਜਿਹੜਾ ਆਰਜੀ ਤੌਰ ਤੇ ਕਾਨੂੰਨ ਖਾਰਜ ਕਰਨੇ ਆ। ਇਹਦਾ ਕੀ ਫਾਇਦਾ ਹੈ? 2 ਸਾਲ ਬਾਅਦ ਫਿਰ ਇਹਨਾਂ ਦਾ ਸਿਰਫ ਇਹ ਫਾਇਦਾ ਵੀ ਅਸੀਂ 2 ਸਾਲ ਪਿੱਛੇ ਪਾ ਦਈਏ ਵੀ 2 ਸਾਲ ਬਾਅਦ ਆਹ ਜਿਹੜਾ ਅੰਦੋਲਨ ਹੈ ਇਹਨਾਂ ਦਾ ਚੱਕ ਹੋ ਜਾਵੇ। 2 ਸਾਲ ਬਾਅਦ ਅੰਦੋਲਨ ਮੁੜ ਕੇ ਫੇਰ ਨਹੀਂ ਇਕੱਠਾ ਕਰਨਾ, ਕਿਉਂ ਇਹ ਨਹੀਂ ਇਦਾਂ ਦੇ ਕੰਮ ਕਰਦੇ ਮੁੜ ਕੇ ਇਕੱਠੇ ਹੀ ਨਹੀਂ ਹੋਣ ਦੇਣਾ। ਤੁਸੀਂ ਮੰਨਦੇ ਹੋ ਕਿ ਪਹਿਲਾ ਤੇ ਆਖਰੀ ਅੰਦੋਲਨ ਹੈ ਕਿ ਇਕੱਠ ਇਦੋਂ ਬਾਅਦ ਇਦਾਂ ਨਹੀਂ ਹੋ ਸਕਦਾ? ਮੁੜ ਕੇ ਅਸੀਂ ਮੰਨਦੇ ਨਹੀਂ, ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਇਹ ਜਾਣੀ ਅਠਾਲਣੇ ਚਾਹੁੰਦੇ ਆ ਇਹ, ਪਰ ਅਸੀਂ ਉੱਠਾਂਗੇ ਨਹੀਂ, ਅਸੀਂ ਆਪਣਾ ਕੰਮ ਕਰਕੇ ਹੀ ਜਾਵਾਂਗੇ ਬਸ। ਬਾਪੂ ਕੀ ਕਹਿਣਾ ਚਾਹੁੰਦੇ ਆ? ਪਿੰਡਾਂ ਵਿੱਚ ਖੇਤਰੀ ਪਾਰਟੀਆਂ ਕਰਕੇ ਆਪਾਂ ਲੜਦੇ ਰਹੇ, ਭਰਾ ਦੇ ਦੁਸ਼ਮਣ ਬਣ ਗਏ, ਅੱਜ ਇਕੱਠੇ ਹੋਏ ਬੈਠੇ ਆ, ਕਿੱਦਾਂ ਦਾ ਮਹਿਸੂਸ ਹੁੰਦਾ? ਇਹਦੇ ਵਿੱਚ ਜੇ ਇਹ ਅਸੀਂ ਸਾਨੂੰ ਹੁਣ ਮਾਣ ਹੋ ਗਿਆ ਆਪਣੇ ਆਪ ਤੇ, ਸਾਨੂੰ ਮਾਣ ਅੱਗੇ ਕਹਿੰਦਾ ਪੰਜਾਬ ਵੱਖਰਾ, ਹਰਿਆਣਾ ਵੱਖਰਾ, ਰਾਜਸਥਾਨ ਵੱਖਰਾ, ਯੂਪੀ ਵੱਖਰੇ, ਹੁਣ ਸਾਨੂੰ ਇਹ ਮਾਣ ਹੋ ਗਿਆ ਅਸੀਂ ਇੱਕਮੁੱਠ ਹੋ ਗਏ, ਅਸੀਂ ਸਾਰੇ ਭਰਾ ਇਕੱਠੇ ਹੋ ਗਏ ਆ। ਇੱਕ ਇਕੱਲਾ ਕੁਝ ਨਹੀਂ ਕਰ ਸਕਦਾ, ਜਿਸ ਵੇਲੇ ਇੱਕਮੁੱਠ ਜੁੱਟ ਹੋ ਜਾਂਦਾ ਨਹੀਂ ਫਿਰ ਸਭ ਕੁਝ ਹੋ ਜਾਂਦਾ। ਸਰਕਾਰਾਂ ਸਾਡੀਆਂ ਬਣਾਈਆਂ ਆ, ਅਸੀਂ ਬਣਾਈਆਂ ਸਰਕਾਰਾਂ, ਜੇ ਅਸੀਂ ਸਰਕਾਰਾਂ ਬਣਾ ਸਕਦੇ ਅਸੀਂ ਤੋੜ ਵੀ ਸਕਦੇ ਹਾਂ। ਅੱਜ ਮੋਦੀ ਸਾਹਿਬ ਨੂੰ ਅਸੀਂ ਕਹਿੰਦੇ ਸਾਡਾ ਰਾਜਾ, ਅਸੀਂ ਕੱਲ੍ਹ ਨੂੰ ਮੋਦੀ ਸਾਹਿਬ ਨੂੰ ਕਹੋ ਤੁਸੀਂ ਸੇਵਾ ਦਿਓ ਪਰੇ ਹੋ, ਅਸੀਂ ਹੋਰ ਆਪਣਾ ਬਣਾ ਕੇ ਅਸੀਂ ਕਰਾ ਲੈਂਦੇ ਹਾਂ ਆਪਣਾ ਬਸ ਆਹ ਗੱਲ। ਏਕੇ ਵਿੱਚ ਸ਼ਕਤੀ ਹੁੰਦੀ ਆ। ਕੀ ਲੱਗਦਾ ਜਿਹੜਾ ਏਕ ਹੈ ਕੋਈ ਰਾਜਨੀਤਿਕ ਬਦਲਾਅ ਲੈ ਕੇ ਆਊਗਾ ਇਸ ਤੋਂ ਬਾਅਦ? ਜ਼ਰੂਰ ਲਊਗਾ ਜੀ। ਏਕੇ ਦਾ ਤਾਂ ਇਦਾਂ ਹੈ ਜੀ, ਇੱਕਮੁੱਠ ਹੋ ਗਿਆ ਜੀ। ਏਕੇ ਜਿਹਦਾ ਪੂਰਾ ਏਕਾ ਬਹੁਤ ਇਹਦੇ ਵਿੱਚ ਹੈਗਾ ਜ਼ੋਰ ਪੂਰਾ, ਅਸੀਂ ਤਾਂ ਮੰਨਦੇ ਹਾਂ ਜੀ ਜਦ ਇਕੱਠ ਹੋ ਗਿਆ ਸਾਡਾ। ਬਾਕੀ ਜਿਹੜਾ ਤੁਸੀਂ ਆ ਕਹਿੰਦੇ ਆ ਜੀ ਕਾਨੂੰਨ ਦਾ ਇਹਦੇ ਕੀ ਫਾਇਦਾ ਆ? ਦੇਖੋ ਪ੍ਰਾਈਵੇਟ ਮੰਡੀਆਂ ਹੋ ਜਾਣੀਆਂ, ਜਿੱਦਾਂ ਪ੍ਰਾਈਵੇਟ ਸਕੂਲ ਹੋ ਗਏ ਆ, ਸਕੂਲ ਸਾਰੇ ਬੰਦ ਹੋ ਗਏ ਆ, ਪ੍ਰਾਈਵੇਟ ਹਸਪਤਾਲ ਬੰਦ ਹੋ ਗਏ ਆ, ਇੱਦਾਂ ਹੀ ਮੰਡੀਆਂ ਬੰਦ ਹੋ ਜਾਣੀਆਂ ਆ। ਅਤੇ ਇਹ ਕਰਕੇ ਕਾਨੂੰਨਾਂ ਦਾ ਇਹੀ ਹੋਣਾ ਜੀ, ਮੰਡੀਆਂ 'ਚ ਕਿਸੇ ਪੁੱਛਣਾ ਹੀ ਨਹੀਂ ਸਾਨੂੰ ਕਿਸੇ ਨੇ ਵੀ। ਜਦ ਪ੍ਰਾਈਵੇਟ ਹੋ ਗਿਆ ਸਾਲ 2 ਸਾਲ ਤੁਹਾਨੂੰ ਆਮਦਨ ਵੱਧ ਦੇਊਗੇ, ਦੂਜੇ ਸਾਲ ਮੋੜ ਕੇ ਉਹੀ 76 ਪੈਣੇ ਸਾਡੇ, ਕਿਸੇ ਨੇ ਨਹੀਂ ਪੁੱਛਣਾ। ਪ੍ਰਾਈਵੇਟ ਜਦੋਂ ਹੋ ਗਈਆਂ ਹੁਣ ਕਈਆਂ ਸੁਣਦਾ ਹੀ ਆ ਜੀ ਆਪਾਂ ਨੂੰ, ਪ੍ਰਾਈਵੇਟ ਜਿਹੜੇ ਬੰਦੇ ਵਪਾਰੀ ਸੀ ਉਹ ਪੈਸੇ ਮਾਰ ਕੇ ਭੱਜ ਗਏ, ਕਿੱਥੇ ਫੜਾਂਗੇ ਅਸੀਂ? ਸਾਡੇ ਗਾਂਹ ਉਹ ਚੈੱਕ ਨਹੀਂ ਬਣਨੇ, ਜੇ ਫਾਰਮ ਸਾਡੇ ਬਣਨੇ ਉਹਨਾਂ ਦੇ ਵਿੱਚ, ਪ੍ਰਾਈਵੇਟ ਜੇ ਫਾਰਮ ਨਹੀਂ ਬਣਾ ਰਹੇ। ਆਪਾਂ ਨੂੰ ਜੇ ਫਾਰਮ ਦੇ ਨਾਲ ਹੀ ਸਾਡਾ 1 ਨੰਬਰ 'ਚ ਪੈਸਾ ਹੁੰਦਾ, ਉਹਦੇ ਨਾਲ ਆਪਾਂ ਬਾਹਰ ਅੰਦਰ ਵੀ ਜਾਂਦੇ ਹਾਂ ਜੀ। ਸਿਰਫ ਆਪਾਂ ਤਾਂ ਇਸ ਕਰਕੇ ਰੋਂਦੇ ਹਾਂ ਵੀ ਸਾਡੇ ਕਾਨੂੰਨ ਜਿਹੜੇ ਵਾਪਸੀ ਹੋਣੇ ਚਾਹੀਦੇ ਜ਼ਰੂਰ ਜੀ। ਬਾਪੂ ਜੀ ਸਰਕਾਰ ਕਹਿੰਦੀ ਹੈ ਕਿ ਅਸੀਂ ਆੜਤੀਆ ਵਰਗ ਖਤਮ ਕਰਨਾ, ਵਿਚੋਲੀਏ ਖਤਮ ਕਰਨੇ ਆ। ਜੇ ਆੜਤੀਏ ਖਤਮ ਹੋ ਗਏ ਤਾਂ ਜ਼ਿਮੀਂਦਾਰਾਂ ਕੋਲੇ ਕੀ ਬਚੂਗਾ? ਦੇਖੋ ਜੀ ਇਹ ਕਹਿੰਦੇ ਵਿਚੋਲੀਏ ਬਾਹਰ ਕੱਢਣੇ ਆ, ਇਹਨਾਂ ਵਿਚੋਲੀਆਂ ਨੂੰ ਹੋਣਾ ਸਾਰੀ ਉਮਰ, ਬਜ਼ੁਰਗਾਂ ਪਿੱਛੇ ਵੀ ਸਾਰੀ ਉਮਰ ਲੰਘ ਗਈ ਆ ਜੀ ਵਿਚੋਲੀਆਂ ਨੂੰ। ਇਹ ਵਿਚੋਲੀਆਂ ਲੱਗੇ ਕਹਿਣ ਕੱਲ੍ਹ ਨੂੰ ਸਾਨੂੰ ਕੋਈ ਨਿੱਕੀ ਹੁੰਦੀ ਪੈਸੇ ਦੀ ਲੋੜ ਹੁੰਦੀ ਹੈ, ਜ਼ਿਮੀਂਦਾਰ ਤਾਂ ਹਰੇਕ ਨਾਲ ਉਹਨਾਂ ਲੈਣ ਦੇਣ ਚੱਲਦਾ, ਹਰੇਕ ਦੀ ਦਾ ਪੜਦਾ ਆ। ਇਹ ਸਾਨੂੰ ਹੁਣ ਪੈਸੇ ਦੀ ਲੋੜ, ਸਾਨੂੰ ਅਸੀਂ ਕਿ ਬੈਂਕ 'ਚੋਂ ਲੈਣ ਜਾਣਾ, ਬੈਂਕ 'ਚ ਸਾਨੂੰ ਉਸ ਵੇਲੇ ਕੋਈ ਪੈਸਾ ਨਹੀਂ ਮਿਲਣਾ। ਕਿਸੇ ਨੂੰ 10 ਰੁਪਈਏ ਲੋੜ ਆ, ਕਿਸੇ ਨੂੰ ਵਿਆਹ ਸ਼ਾਦੀ ਆ ਜਾਂ ਕੋਈ ਪ੍ਰੋਗਰਾਮ ਵੀ ਹੁੰਦਾ, ਆਪਾਂ ਆੜ੍ਹਤੀਏ ਦੀ ਮਦਦ ਲੈ ਲੈਂਦੇ ਹਾਂ। ਸਾਡੀ ਮੋਹਰੇ ਫਸਲ ਜਾਂਦੀ ਆ, ਅਸੀਂ ਪੈਸਾ ਉਹਨਾਂ ਦਾ ਦੇ ਦਿੰਦੇ ਹਾਂ। ਹਰੇਕ ਦਾ ਪੜਦਾ ਹੀ ਆ ਜੀ ਇਹਦੇ ਵਿੱਚ। ਸਾਡਾ ਆੜ੍ਹਤੀਏ ਦੇ ਨਾਲ ਲੈਣ ਦੇਣ ਇੱਦਾਂ ਹੀ ਚੱਲਣਾ ਚਾਹੀਦਾ ਜੀ।
ਅਸੀਂ ਨਹੀਂ ਕਹਿੰਦੇ ਵੀ ਆੜ੍ਹਤੀਆ ਬਾਹਰ ਵਿਚੋਲੀਆ ਬਾਹਰ ਨਿਕਲੇ, ਨਹੀਂ ਨਿਕਲਣਾ ਚਾਹੀਦਾ ਜੀ। ਹਾਂਜੀ ਸਰਕਾਰ ਨੇ ਬੈਂਕਾਂ ਰਾਹੀਂ ਲਿਮਟਾਂ ਬਣਾਤੀਆਂ। ਬਹੁਤ ਜ਼ਿਮੀਂਦਾਰਾਂ ਨਾਲ ਗੱਲਬਾਤ ਕਰਦੇ ਆ, ਉਹ ਕਹਿੰਦੇ ਯਾਰ ਲਿਮਟਾਂ ਇੱਕ ਲਾਲਚ ਵੀ ਸੀਗੀਆਂ, ਸਾਡੇ ਤੋਂ ਤਾਂ ਹੁਣ ਤੱਕ ਸਿਰਫ ਵਿਆਜ ਹੀ ਮੁੜਦਾ, ਮੂਲ ਤੋਂ ਵੀ ਖੜਾ। ਲਿਮਟਾਂ ਜੀ ਉਦੋਂ ਬਣਾਤੀਆਂ ਜੀ, ਲੱਖਾਂ ਰੁਪਈਆ ਲੋਕਾਂ ਨੇ ਚੱਕ ਲਿਆ, ਖਰਚੇ ਕਰ ਲਏ, ਮੁੜ ਕੇ ਲਿਮਟਾਂ ਮੁੜ ਕੇ ਆਪਣੇ ਕੋਲ ਪੈਸਾ ਪੇਮੈਂਟ ਨਹੀਂ ਮੋੜ ਰਿਹਾ। ਹੁਣ ਜਦੋਂ ਲਿਮਟ ਬਣਾਉਂਦੇ ਆ, ਅੱਗੇ 8-8 ਲੱਖ ਰੁਪਈਆ ਖੇਤ ਦੀ ਬਣਾਤੀ ਆ, ਹੁਣ ਜੀ ਲੱਖ ਦੀ ਨਹੀਂ ਬਣਾ ਰਹੇ। ਉਹ ਪੈਸਾ ਕਿੱਥੋਂ ਮੋੜਨਾ ਆ? ਜਦੋਂ ਪਹਿਲਾਂ ਲਿਮਟਾਂ ਬਣਾਦੀਆਂ, ਉਹ ਮੁੜ ਕੇ ਜ਼ਮੀਨਾਂ ਆਪਣੀਆਂ ਉਹ ਨਹੀਂ ਗੌਰਮੈਂਟ ਨੇ ਸਾਂਭ ਲੈਣੀਆਂ ਜੀ। ਜਦ ਆਪਣੇ ਕੋਲ ਕੈਸ਼ ਹੀ ਨਹੀਂ ਮੋੜ ਸਕਦੇ ਆਪਾਂ, ਉਹ ਲਿਮਟਾਂ ਦਾ ਕੋਈ ਫਾਇਦਾ ਨਹੀਂ ਸਾਨੂੰ ਜੀ। ਸਾਡਾ ਪੈਸਾ ਉਸ ਹਿਸਾਬ ਨਾਲ ਬੰਦਾ ਆਪਣਾ ਖਰਚਾ ਕਰਦਾ ਆ। ਇਹ ਜਿੰਨੀ ਆਪਾਂ ਜ਼ਿਆਦਾ ਖਰਚਾ ਕਰਦੇ ਆ ਤਾਂ ਮੁੜ ਕੇ ਖਰਚਾ ਆਪਾਂ ਮੋੜਨਾ ਤਾਂ ਪੈਣਾ ਹੀ ਆ ਜੀ ਵੇ। ਉਹ ਆਪਣੇ ਕੋਲ ਪੈਸਾ ਨਹੀਂ ਮੋੜ ਹੁੰਦਾ ਵੇ, ਇਸ ਕਰਕੇ ਸਾਨੂੰ ਲਿਮਟ ਦੀ ਲੋੜ ਨਹੀਂ ਹੈਗੀ। ਸਾਡਾ ਆੜ੍ਹਤੀਆਂ ਦਾ ਲੈਣ ਦੇਣ ਜ਼ਰੂਰ ਚਾਹੀਦਾ ਜੀ ਨਾਲ। ਹਾਂਜੀ ਅਸੀਂ ਤਾਂ ਆੜ੍ਹਤੀਆਂ ਨੂੰ ਨਾਲ ਰੱਖਦੇ ਹਾਂ ਜੀ। ਹਾਂਜੀ ਇਸ ਤੋਂ ਪਹਿਲਾਂ 11 ਮੀਟਿੰਗਾਂ ਹੋ ਚੁੱਕੀਆਂ ਕਿਸਾਨਾਂ ਦੀਆਂ ਤੇ ਸਰਕਾਰ ਦੀਆਂ, ਕੋਈ ਸਿੱਟਾ ਨਹੀਂ ਨਿਕਲਿਆ। ਖੇਤੀ ਮੰਤਰੀ ਤੋਮਰ ਫਿਰ ਕਹਿੰਦੇ ਆ ਕਿ ਮੀਟਿੰਗਾਂ ਦਾ ਦੌਰ ਤਾਂ ਹੀ ਚੱਲ ਸਕਦਾ ਹੈ ਜੇਕਰ ਕਿਸਾਨ ਜਥੇਬੰਦੀਆਂ ਸਾਨੂੰ ਦੱਸ ਸਕਣ ਕਿ ਕਾਨੂੰਨਾਂ ਦੇ ਵਿੱਚ ਗਲਤ ਕੀ ਹੈ। ਪਹਿਲਾਂ ਤੁਸੀਂ ਦੱਸਿਆ ਕਿ ਕਾਨੂੰਨ ਗਲਤ ਆ, ਬਾਪੂ ਜੀ ਨਾਲ ਵੀ ਗੱਲ ਹੋਈ, ਪਰ ਫਿਰ ਵੀ ਸਰਕਾਰ ਵਾਰੀ-ਵਾਰੀ ਇਹ ਕਿਉਂ ਕਹਿ ਰਹੀ ਹੈ, ਲੋਕਾਂ ਨੂੰ ਇਹ ਕਿਉਂ ਦਿਖਾ ਰਹੀ ਹੈ ਕਿ ਸਾਡੇ ਨਾਲ ਤਾਂ ਕਿਸਾਨ ਆਗੂਆਂ ਦੀ ਇਸ ਸੰਬੰਧ ਗੱਲ ਹੀ ਨਹੀਂ ਹੋ ਰਹੀ? ਜਿਸ ਵੇਲੇ ਉਹ ਪੁੱਛਦੇ ਆ ਜੀ ਵੀ ਸਾਨੂੰ ਦੱਸੋ ਵੀ ਕਾਨੂੰਨਾਂ ਦੇ ਵਿੱਚ ਵੀ ਅਸੀਂ ਥੋੜਾ ਸੋਧਾ ਕਰ ਦਿੰਦੇ ਹਾਂ, ਸਾਨੂੰ ਦੱਸੋ ਵੀ ਕੀ ਗਲਤ ਹੈ। ਵਜਾ ਸਾਨੂੰ ਸਭ ਕੁਝ ਹੀ ਗਲਤ ਲੱਗਦਾ ਤੇ ਅਸੀਂ ਤੇ ਆਪ ਕਹਾਂਗੇ ਵੀ ਜਦ ਸਾਡਾ ਕੁਝ ਰਹਿਣਾ ਹੀ ਨਹੀਂ, ਸਾਡੀ ਕੋਈ ਜਾਣੀ ਸਾਡੀ ਜ਼ਿਮੀਂਦਾਰਾ ਨਹੀਂ ਰਹਿਣਾ, ਸਾਡਾ ਕੋਈ ਹੱਕ ਨਹੀਂ ਰਹਿਣਾ, ਤਾਂ ਫਿਰ ਕਰਦੇ ਹਾਂ ਜੀ ਬਸ। ਬੰਦਾ ਬਹਾਦਰ ਜੀ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਅਸੀਂ ਉਹਨਾਂ ਨੂੰ ਪੱਧਰ ਕਰਕੇ ਇੱਥੇ ਜਿਹੜੀ ਉਪਜਾਊ ਮਿੱਟੀ ਆ ਉਪਜਾਊ ਕੀਤੀ ਆ, ਅਸੀਂ ਫਸਲ ਉੱਥੋਂ ਜਿਹੜੀ ਆ ਪੈਦਾ ਕਰਦੇ ਆ, ਸਾਡਾ ਉੱਥੋਂ ਅੰਨ ਜਿਹੜਾ ਉਹ ਉਗਾਉਣੇ ਆ, ਸਾਡੀ ਰੋਜੀ ਰੋਟੀ ਉੱਥੋਂ ਬਣਦੀ ਹੈ ਤੇ ਸਾਡੇ ਜਿਹੜੇ ਧੀਆਂ ਪੁੱਤਰ ਹੈ ਉਹ ਇਹਦੇ ਮਾਲਕ ਹੈ। ਸਰਕਾਰ ਇਹਦੇ ਮਾਲਕ ਬਣਨਾ ਚਾਹੁੰਦੀ ਆ। ਜ਼ਮੀਨ ਕਹਿੰਦੇ ਆ ਕਿਸਾਨ ਦੀ ਮਾਂ ਹੁੰਦੀ ਆ, ਪਰ ਕਿਸਾਨ ਜ਼ਮੀਨ ਨੂੰ ਨਹੀਂ ਛੱਡ ਸਕਦਾ। ਨਹੀਂ ਇਹ ਤਾਂ ਪੱਕਾ ਆ ਜੀ ਵੀ ਅਸੀਂ ਜ਼ਮੀਨ ਨਹੀਂ ਛੱਡ ਸਕਦੇ। ਕਿਉਂ? ਅਸੀਂ ਸਾਡੇ ਪੁਰਖ ਸਾਡੇ ਲਈ ਕਰਦੇ ਆ, ਅਸੀਂ ਗਾਹਾਂ ਆਪਣੇ ਬੱਚਿਆਂ ਲਈ ਵੀ ਕਰਨਾ। ਗਾਹਾਂ ਕੱਲ੍ਹ ਨੂੰ ਸਾਡੀ ਜਿਹੜੀ ਜਨਰੇਸ਼ਨ ਉੱਠੂਗੀ ਉਹ ਸਾਨੂੰ ਕਹਿਣ ਸਾਡੇ ਫਿਰ ਲਾਹਣ ਤਾਂ ਪਾਉਣਗੇ ਵੀ ਤੁਸੀਂ ਕੀ ਕੀਤਾ ਸਾਡੇ ਲਈ, ਸਾਨੂੰ ਤਾਂ ਨਹੱਕੇ ਕਰ ਗਏ, ਤੁਸੀਂ ਨਹੱਤੇ ਕਰ ਗਏ ਆ। ਵੀ ਇਸੇ ਕਰਕੇ ਆ ਸੰਘਰਸ਼ ਵੀ ਸਾਡਾ ਇਸੇ ਕਰਕੇ ਚੱਲਦਾ ਵੀ ਅਸੀਂ ਆਉਣ ਵਾਲੀ ਆਓ ਆਪਣੀ ਬਚਾਉਣੀ ਚਾਹੁੰਦੇ ਆ, ਇਸ ਕਰਕੇ ਬਸ। ਆਉਣ ਵਾਲੀ ਪੀੜ੍ਹੀ ਦੇ ਲਈ ਸਾਰਾ ਸੰਘਰਸ਼ ਚੱਲ ਰਿਹਾ, ਧੀਆਂ ਪੁੱਤਰਾਂ ਦੇ ਲਈ ਸੰਘਰਸ਼ ਚੱਲ ਰਿਹਾ, ਜ਼ਮੀਨਾਂ ਦੀ ਰਾਖੀ ਦੇ ਲਈ, ਜ਼ਮੀਨਾਂ ਦੇ ਬਚਾਅ ਦੇ ਲਈ ਸੰਘਰਸ਼ ਚੱਲ ਰਿਹਾ। ਇਹ ਜ਼ਮੀਨਾਂ ਦੀ ਲੜਾਈ ਹੈ। ਬਾਈ ਜੀ ਬੈਠੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਬਾਈ ਜੀ ਤੁਸੀਂ ਇੱਕ ਵਾਰੀ ਇੱਧਰ ਆ ਜਾਓ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਰਿੰਦਰ ਹੈ ਜੀ। ਬਾਈ ਜੀ ਕਿਵੇਂ ਸੋਚਦੇ ਹੋ, ਸੰਘਰਸ਼ ਲੰਮਾ ਸਮਾਂ ਹੋ ਗਿਆ ਚੱਲਦੇ ਨੂੰ, ਕੋਈ ਸਿੱਟਾ ਜਾਂ ਨਹੀਂ ਨਿਕਲ ਰਿਹਾ, ਮੀਟਿੰਗਾਂ ਦਾ ਦੌਰ ਵੀ ਖਤਮ ਹੋ ਗਿਆ, ਕੀ ਸੋਚਦੇ ਹੋ? ਸਾਡੀ ਤਾਂ ਇਹ ਬੇਨਤੀ ਹੈ ਜੀ, 3-4-7 ਮਹੀਨੇ ਤੋਂ ਬਹੁਤ ਵੱਡਾ ਅੰਦੋਲਨ ਚੱਲਦਾ ਪਿਆ ਆ। ਦੇਖੋ ਜ਼ਿਮੀਂਦਾਰ ਆਪਣੇ ਘਰ-ਬਾਰ ਛੱਡ ਕੇ ਸੜਕਾਂ 'ਤੇ ਬੈਠੇ ਆ, ਬਾਲ ਬੱਚਾ ਪਰਿਵਾਰ ਸਭ ਛੱਡ ਕੇ ਬੈਠੇ ਆ। ਅੱਜ ਗੌਰਮੈਂਟ ਕਹਿੰਦੀ ਸੀ ਸਾਨੂੰ ਇਹ ਥੋੜੇ ਜਿਹੜੇ ਜ਼ਮੀਨਾਂ ਆ ਅਸੀਂ ਇਹ ਕਰਾਂਗੇ ਉਹ ਕਰਾਂਗੇ, ਅਸੀਂ ਇਹਨਾਂ ਨੂੰ ਲੋਨ ਤੇ ਕਰਾਂਗੇ, ਇਹਨਾਂ ਨੂੰ ਅਸੀਂ ਸਾਰਾ ਕੁਝ ਕਰਾਂਗੇ, ਤਾਂ ਬਾਕੀ ਜ਼ਿਮੀਂਦਾਰ ਕੋਲ ਕੀ ਰਹਿ ਗਿਆ ਆ? ਹਾਂਜੀ ਬਾਕੀ ਸਾਡੀ ਇਹੀ ਬੇਨਤੀ ਆ ਜੀ ਸਰਕਾਰ ਮੋਰੇ, ਤਾਂ ਸਾਨੂੰ ਜੋ ਵੀ ਸਾਡੇ ਹੱਕ ਹੈਗੇ ਸਾਨੂੰ ਉਹ ਵਾਪਸ ਲੈ ਜਾਣ, ਅਸੀਂ ਆਪਣੇ ਘਰਾਂ ਨੂੰ ਜਾਈਏ, ਕਿ ਸਾਡਾ ਤਾਂ ਇਹੀ ਸਾਡਾ ਕਹਿਣਾ ਆ ਜੀ। ਵੀਰ ਜੀ ਕੀ ਸੋਚਦੇ ਹੋ, ਜਥੇਬੰਦੀਆਂ ਦੇ ਜਿਹੜੇ ਨੇਤਾ ਹੈਗੇ ਆ, ਕਿਸਾਨ ਨੇਤਾ ਹੈ, ਪੰਜਾਬ ਸਰਕਾਰ ਵੱਲੋਂ ਸਿਕਿਉਰਿਟੀ ਦਿੱਤੀ ਜਾਂਦੀ ਹੈ, ਮਹਾਂ ਪੰਚਾਇਤਾਂ ਕੀਤੀਆਂ ਜਾਂਦੀਆਂ, ਜਿਹੜੇ ਇੱਥੇ ਬੈਠੇ ਇਹਨਾਂ ਨੂੰ ਲਵਾਰ ਛੱਡ ਦਿੱਤਾ ਜਾਂਦਾ, ਕੀ ਕਹਿਣਾ ਚਾਹੁੰਦੇ? ਸਾਡੀ ਤਾਂ ਬੇਨਤੀ ਇਹ ਹੈ ਜੀ, ਦੇਖੋ ਉਹਨਾਂ ਨੂੰ ਵੀ ਅਸੀਂ ਬਣਾਇਆ ਜੀ, ਤਾਂ ਇਹ ਬੇਨਤੀ ਹੈ ਜੇ ਉਹਨਾਂ ਨੂੰ ਸਿਕਿਉਰਿਟੀ, ਤਾਂ ਬਾਕੀ ਜਿੱਦਾਂ ਅਸੀਂ ਬੈਠੇ ਆ ਅਸੀਂ ਸੜਕਾਂ 'ਤੇ ਬੈਠੇ ਆ, ਉਹ ਰਾਜ ਕਰਨ ਡਿਆ ਉਹ ਆ। ਹਾਂਜੀ ਸਾਡੀ ਤਾਂ ਕੋਈ ਸੁਣਾਈ ਹੈ ਨਹੀਂ ਇਸ ਟਾਈਮ। ਅਸੀਂ ਕਹਿੰਦੇ ਸਾਡੇ ਤਿੰਨੇ ਕਾਨੂੰਨ ਵਾਪਸ ਕਰਨ, ਅਸੀਂ ਆਪਣੇ ਜੋ ਵੀ ਇੱਥੇ ਸਾਡਾ ਹੈਗਾ ਅਸੀਂ ਆਪਣੇ ਘਰਾਂ ਨੂੰ ਜਾਈਏ। ਕੱਲ ਵੀ ਗੱਲ ਹੋਈ ਸੀ, ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਹਜੇ ਵੀ ਜਿਹੜੀਆਂ ਪੰਚਾਇਤਾਂ ਕੀਤੀਆਂ ਜਾ ਰਹੀਆਂ, ਮਨਾ ਕਰਨ ਦੇ ਬਾਵਜੂਦ ਸਖਤ ਨੋਟਿਸ ਜਿਹੜਾ ਲਿਆ ਜਾਊਗਾ, ਕਿਉਂਕਿ ਪਹਿਲਾਂ ਫੂਲ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਬਰਖਾਸਤ ਕਰਤਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਨੂੰ ਅੰਦਰ ਲੈ ਲਿਆ। ਲੱਗਦਾ ਕਿਸਾਨਾਂ ਦੀ ਆਵਾਜ਼ ਸੰਯੁਕਤ ਕਿਸਾਨ ਮੋਰਚੇ ਤੱਕ ਪਹੁੰਚ ਗਈ ਹੈ, ਕਿਉਂਕਿ ਕਿਸਾਨਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਅਕਸਰ ਕਿ ਹੋ ਕੀ ਰਿਹਾ, ਦਿਨ ਮਨਾਉਣ ਤੱਕ ਸੀਮਤ ਰਹਿ ਗਏ, ਕੋਈ ਐਕਸ਼ਨ ਪਲਾਨ ਤਕੜਾ ਨਹੀਂ ਦਿੱਤਾ ਜਾ ਰਿਹਾ। ਬਸ ਦਿਨੇ ਮਨਾਈ ਜਾਂਦੇ ਆ ਜੀ, ਜਾਂ ਤਾਂ ਆਪਣੇ ਡੇਟਾ ਪਾਈ ਜਾਂਦੇ ਆ। 11-12 ਮੀਟਿੰਗਾਂ ਹੋ ਚੁੱਕੀਆਂ, ਇਹਨਾਂ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਹੋਇਆ ਹਜੇ ਤੱਕ ਵੀ। ਹਾਂਜੀ ਗਾਂ ਦੇ ਗਾਂ ਡੇਟਾ ਪਾਈ ਜਾਂਦੇ ਆ, ਰੋਜ਼ ਇੱਕ ਦੂਜੇ ਨੂੰ ਵਧੀ ਜਾਂਦਾ ਆ। ਅੱਜ ਸਾਡੀ ਤਾਂ ਇਹ ਸਰਕਾਰ ਅੱਗੇ ਬੇਨਤੀ ਆ, ਮੋਦੀ ਸਾਹਿਬ ਅੱਗੇ ਬੇਨਤੀ ਆ ਕਿ ਸਾਨੂੰ ਸਾਡੇ ਕਾਨੂੰਨ ਜੋ ਵੀ ਤਿੰਨੇ ਹੈਗੇ ਆ ਵਾਪਸ ਲੈ ਜਾਣ। ਅਸੀਂ ਤਾਂ ਇਹ ਸਾਡੇ ਬਾਰ-ਬਾਰ ਸਾਡੀ ਇਹੀ ਬੇਨਤੀ ਅਸੀਂ ਆਪਣੇ ਘਰਾਂ ਨੂੰ ਜਾਈਏ। ਦੇਖੋ ਛੋਟੇ ਬੱਚੇ ਵੀ ਇੱਥੇ ਆਏ ਹੋ ਆ, ਬੀਬੀਆਂ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਸਭ ਇੱਥੇ ਆਏ ਹੋ ਆ। ਹਾਂਜੀ ਦੇਖੋ ਠੰਡਾਂ ਦੇ ਵਿੱਚ ਮੀਂਹਾਂ ਦੇ ਵਿੱਚ ਇੱਥੇ ਬੈਠੇ ਆ,
ਕਿ ਅਸੀਂ ਆਪਣੇ ਆਪਣੇ ਘਰਾਂ ਨੂੰ ਜਾਈਏ, ਸਾਡੇ ਤਿੰਨੇ ਕਾਨੂੰਨ ਵਾਪਸ ਲਿਆਏ ਜਾਣ। ਅਸੀਂ ਤਾਂ ਲੈ ਕੇ ਮੁੜਾਂਗੇ ਔਰ ਲੈ ਕੇ ਜਾਵਾਂਗੇ। ਨੌਜਵਾਨਾਂ ਦਾ ਵੱਡਾ ਯੋਗਦਾਨ ਹੈ। 26 ਫਰਵਰੀ ਨੂੰ ਸਟੇਜ ਜਿਹੜੀ ਨੌਜਵਾਨਾਂ ਨੂੰ ਸੌਂਪੀ ਜਾ ਰਹੀ ਹੈ, ਕੀ ਕਹਿਣਾ ਚਾਹੋਗੇ? ਬਾਕੀ ਦੇਖੋ ਜੀ, ਉਹ ਵੀ ਠੀਕ ਹੈ ਜੀ, ਨੌਜਵਾਨ ਵੀ ਆਉਣੇ ਚਾਹੀਦੇ ਵੀ ਆ। ਹਾਂਜੀ, ਨੌਜਵਾਨਾਂ ਦੇ ਵਿੱਚ ਵੀ ਰੋਸ ਹੈਗਾ ਕਿ ਚਲੋ ਅਸੀਂ ਪਿੱਛੇ ਹੋ ਕੇ ਬੈਠੇ ਹਾਂ, ਬਜ਼ੁਰਗ ਹੁਣ ਸਿਆਣੇ ਬੈਠੇ ਆ, ਮੋਹਰੇ ਜਾ ਕੇ ਕੋਈ ਉੱਦਾਂ ਦੀ ਗੱਲ ਹੁੰਦੀ ਆ, ਫਿਰ ਸਿਆਣਿਆਂ ਨੂੰ ਅਸੀਂ ਥੋੜ੍ਹਾ ਮੋਹਰੇ ਕਰ ਸਕਦੇ ਹਾਂ। ਆਪਣੇ ਨੌਜਵਾਨ ਵੀ ਮੋਹਰੇ ਜਾਣ, ਉਹਨਾਂ ਦੇ ਵੀ ਮਨ ਤੇ ਵਿੱਚ ਆਵੇ ਹਾਂ ਵੀ ਸਾਨੂੰ ਵੀ ਬਜ਼ੁਰਗਾਂ ਨੇ ਸਾਨੂੰ ਪੁੱਛਿਆ ਆ। ਬਾਕੀ ਸਾਡੇ ਇਹੀ ਬੇਨਤੀ ਹੈ ਜੀ। ਕਿਸਾਨਾਂ ਵੱਲੋਂ ਵਾਰ-ਵਾਰ ਬੇਨਤੀ ਸਰਕਾਰ ਨੂੰ ਕੀਤੀ ਜਾ ਰਹੀ ਹੈ ਕਿ ਜਿਹੜੇ 3 ਖੇਤੀ ਕਾਨੂੰਨ ਹੈ ਉਹ ਜਲਦ ਤੋਂ ਜਲਦ ਰੱਦ ਹੋਣੇ ਚਾਹੀਦੇ ਆ। ਜੇਕਰ ਰੱਦ ਨਹੀਂ ਹੁੰਦੇ ਤਾਂ ਕਿਸਾਨ ਇੱਥੇ ਡਟੇ ਰਹਿਣਗੇ, ਕਿਉਂਕਿ ਲਗਭਗ 3 ਮਹੀਨੇ ਹੋ ਗਏ ਨੇ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੂੰ। ਇਸ ਤੋਂ ਪਹਿਲਾਂ ਸੰਘਰਸ਼ ਸ਼ੁਰੂ ਹੋਇਆ, ਉਦੋਂ ਸੜਕਾਂ ਰੋਕੀਆਂ ਗਈਆਂ, ਟੋਲ ਪਲਾਜ਼ਿਆਂ ਤੇ ਬੈਠੇ ਵੱਖ-ਵੱਖ ਤਰੀਕੇ ਨਾਲ ਜਿਹੜਾ ਰੋਸ ਆ ਉਹ ਜ਼ਾਹਰ ਕੀਤਾ। ਉਸ ਤੋਂ ਬਾਅਦ ਦਿੱਲੀ ਵੱਲ ਕੂਚ ਕੀਤਾ ਤੇ ਐਕਸ਼ਨ ਪਲਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੇਂ-ਸਮੇਂ ਤੇ ਦਿੱਤੇ ਜਾ ਰਹੇ ਨੇ। ਸਮੇਂ-ਸਮੇਂ ਤੇ ਕਿਹਾ ਜਾ ਰਿਹਾ ਕਿ ਅਸੀਂ ਦਿਨ ਮਨਾ ਰਹੇ ਹਾਂ, ਪਰ ਕਿਸਾਨ ਇਹ ਵੀ ਕਹਿੰਦੇ ਨੇ ਕਿ ਇੱਕ ਚੰਗਾ ਐਕਸ਼ਨ ਪਲਾਨ ਹੋਣਾ ਚਾਹੀਦਾ। ਉਸ ਸੰਬੰਧ ਵਿੱਚ 28 ਤਰੀਕ ਨੂੰ ਇੱਕ ਹੋਰ ਮੀਟਿੰਗ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਜਾ ਰਹੀ ਹੈ। ਲੱਗਦਾ ਹੈ ਕਿ ਕੋਈ ਤਕੜਾ ਐਕਸ਼ਨ ਪਲਾਨ ਦਿੱਤਾ ਜਾ ਸਕਦਾ ਹੈ। ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਰੋਕਣ ਦਾ ਯਤਨ ਵੀ ਕੀਤਾ ਗਿਆ। ਲੰਘੀ ਕੱਲ ਨਰੇਲਾ ਰੋਡ ਜਾਮ ਕਰ ਦਿੱਤਾ ਗਿਆ ਸੀ, ਜਿੱਥੇ 300 ਟਰੈਕਟਰ ਟਰਾਲੀਆਂ ਦਾ ਕਾਫਲਾ ਜਿਹੜਾ ਉਹ ਐਂਟਰ ਹੋਣਾ ਸੀ। ਚਲੋ ਮੁਲਾਕਾਤ ਕਰਕੇ, ਗੱਲਬਾਤ ਕਰਕੇ ਰਸਤਾ ਖੁਲਾ ਦਿੱਤਾ ਗਿਆ, ਪਰ ਸਰਕਾਰ ਵੱਲੋਂ ਹਜੇ ਵੀ ਕੋਝੀਆਂ ਜਿਹੜੀਆਂ ਉਹ ਚਾਲਾਂ ਚੱਲੀਆਂ ਜਾ ਰਹੀਆਂ। ਪਰ ਲਗਾਤਾਰ ਕਿਸਾਨ ਡਟੇ ਹੋਏ ਆ। ਸਾਂਝਾ ਟੀਵੀ ਦੀ ਕੋਸ਼ਿਸ਼ ਇਹੀ ਹੈ ਕਿ ਗਰਾਊਂਡ ਰਿਐਲਿਟੀ ਕੀ ਹੈ ਉਸ ਤੋਂ ਤੁਹਾਨੂੰ ਜਾਣੂ ਕਰਵਾ ਸਕੀਏ। ਇਹ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ। ਮੈਂ ਰਾਜਵਿੰਦਰ ਭੁੱਲਰ ਆਪਣੇ ਕੈਮਰਾਮੈਨ ਸਾਥੀ ਪੰਕੇ ਦੇ ਨਾਲ ਸਿੰਘੂ ਬਾਰਡਰ ਤੋਂ ਲੈਣਾ ਆਗਿਆ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। Please subscribe our channel and press the bell icon ताकि कोई भी नवी अपडेट तुसी मिस ना करो।